ਸਾਹਿਬਜ਼ਾਦਿਆਂ ਨੇ ਮਨੁੱਖੀ ਹੱਕਾਂ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ। ਉਸ ਸ਼ਹਾਦਤ ਨੂੰ ਅਸੀਂ ਘਰ ਘਰ ਪਹੁੰਚਾ ਕੇ ਉਹਨਾਂ ਦੇ ਮੈਸੇਜ ਨੂੰ ਅਸੀਂ ਲੋਕਾਂ ਤੱਕ ਪਹੁੰਚਾ ਕੇ ਆਉਣ ਵਾਲੇ ਸਮੇਂ ਦਾ ਚੰਗਾ ਹੋਵੇ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ, ਉਹਦੇ ਵਾਸਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ। ਇਹ ਬਹੁਤ ਹੀ ਵੱਡਾ ਔਰ ਚੰਗਾ ਉਪਰਾਲਾ ਹੈ ਯੂਨਾਈਟਿਡ ਸਿੱਖਸ ਵੱਲੋਂ ਬੱਚਿਆਂ ਵਾਸਤੇ, ਸਪੈਸ਼ਲੀ ਬੱਚਿਆਂ ਵਾਸਤੇ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਸਾਡੇ ਗੁਰੂਆਂ ਨੇ, ਉਹਨਾਂ ਦੇ ਬੱਚਿਆਂ ਨੇ, ਛੋਟੇ ਸਾਹਿਬਜ਼ਾਦਿਆਂ ਨੇ, ਵੱਡੇ ਸਾਹਿਬਜ਼ਾਦਿਆਂ ਨੇ ਕੀ ਕੁਰਬਾਨੀਆਂ ਦਿੱਤੀਆਂ ਨੇ, ਕਿੱਦਾਂ ਉਹਨਾਂ ਨੇ ਆਪਣੀ ਲਾਈਫ ਸੈਕਰੀਫਾਈਸ ਕੀਤੀਆਂ ਨੇ। ਔਰ ਮੈਨੂੰ ਲੱਗਦਾ ਕਿ ਇਹ ਇਤਿਹਾਸ ਬਿਲਕੁਲ ਕਵਰਡ ਨਹੀਂ ਹੈ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਹੀ। ਸਾਡੀ ਖੋਟ ਉੱਥੇ ਹੈਗੀ ਹੈ, ਸ਼ੁਰੂਆਤ ਉੱਥੋਂ ਕਰਨੀ ਚਾਹੀਦੀ ਹੈ, ਤਾਂ ਹੀ ਪੇਰੈਂਟਸ ਵੀ ਅੱਗੋਂ ਇਨੀਸ਼ੀਏਟ ਲੈਣਗੇ। ਔਰ ਮੈਨੂੰ ਲੱਗਦਾ ਕਿ ਇਹ ਗੱਲ ਇੰਨੀ ਕੁ ਜ਼ਿਆਦਾ ਫੈਲਣੀ ਚਾਹੀਦੀ ਹੈ ਕਿ ਐਜੂਕੇਸ਼ਨ ਦੇ ਵਿੱਚ ਹੀ ਸਾਡੀ ਰੀਅਲ ਹਿਸਟਰੀ ਬਾਰੇ ਦੱਸਿਆ ਜਾਏ, ਨਾ ਕਿ ਉਹ ਹਿਸਟਰੀ ਜਿਹੜੀ ਜਿਹਦੇ ਨਾਲ ਅਸੀਂ ਰਿਲੇਟ ਵੀ ਨਹੀਂ ਕਰਦੇ। ਪੇਰੈਂਟਸ ਦੀ ਸ਼ੁਰੂਆਤ ਉੱਥੋਂ ਹੋਣੀ ਹੈ ਕਿ ਉਹ ਡਿਮਾਂਡ ਕਰਨ ਸਕੂਲਸ ਤੋਂ ਕਿ ਸਾਡੇ ਬੱਚਿਆਂ ਨੂੰ ਇਹ ਹਿਸਟਰੀ ਪੜ੍ਹਾਓ, ਨਾ ਕਿ ਉਹ ਹਿਸਟਰੀ ਜਿਹਦਾ ਅਸੀਂ ਕੁਝ ਲੈਣਾ ਦੇਣਾ ਹੀ ਨਹੀਂ। ਕੜਕ ਕੇ ਅੱਗੋਂ ਬੋਲ ਪਏ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਅਸੀਂ ਪੋਤੇ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਦੇ ਲਾਲ। ਅਸੀਂ ਬਿਜਲੀ ਵਾਂਗੂ ਚਮਕੀਏ, ਰੋਕੀਏ ਜ਼ੁਲਮ ਨੂੰ ਬਣ ਕੇ ਢਾਲ, ਰੋਕੀਏ ਜ਼ੁਲਮ ਨੂੰ ਬਣ ਕੇ ਢਾਲ, ਰੋਕੀਏ ਜ਼ੁਲਮ ਨੂੰ ਬਣ ਕੇ ਢਾਲ। ਸਤਿ ਸ਼੍ਰੀ ਅਕਾਲ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਲੀਨ ਕੌਰ ਤੇ ਅੱਜ ਅਸੀਂ ਪਹੁੰਚੇ ਹਾਂ ਸਰਾਭਾ ਨਗਰ ਮਾਰਕੀਟ ਦੇ ਵਿੱਚ, ਜਿੱਥੇ ਯੂਨਾਈਟਿਡ ਸਿੱਖਸ ਦੇ ਵੱਲੋਂ ਇੱਕ ਕੁਇਜ਼ ਕਰਵਾਈ ਜਾ ਰਹੀ ਹੈ ਜਿਸ ਦਾ ਨਾਮ ਹੈ ਇਤਿਹਾਸ ਦੇ ਨਾਲ ਗਲਵਕੜੀ। ਜੀ ਹਾਂ, ਇਤਿਹਾਸ ਦੇ ਨਾਲ ਗਲਵਕੜੀ ਨਾਮ ਤੋਂ ਹੀ ਤੁਸੀਂ ਸਮਝ ਸਕਦੇ ਹੋ ਕਿ ਇਤਿਹਾਸ ਦੇ ਬਾਰੇ ਅੱਜ ਬੱਚਿਆਂ ਨੂੰ ਜਾਣੂ ਕਰਵਾਇਆ ਜਾਏਗਾ, ਸੰਗਤਾਂ ਨੂੰ ਜਾਣੂ ਕਰਵਾਇਆ ਜਾਏਗਾ। ਤੇ ਆਓ ਜਾਣ ਲੈਂਦੇ ਹਾਂ ਕਿ ਕੀ ਮਕਸਦ ਸੀ ਇਹ ਕੁਇਜ਼ ਕਰਵਾਉਣ ਪਿੱਛੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ ਜੀ। ਸਰ ਤੁਹਾਡੇ ਵੱਲੋਂ ਅੱਜ ਇੱਕ ਇਤਿਹਾਸ ਦੇ ਨਾਲ ਗਲਵਕੜੀ ਕੁਇਜ਼ ਕਰਵਾਈ ਜਾ ਰਹੀ ਹੈ, ਤੇ ਕੀ ਮਕਸਦ ਹੈ ਤੁਹਾਡਾ ਇਹ ਕੁਇਜ਼ ਕਰਵਾਉਣ ਦਾ? ਹਰ ਧਰਮ, ਹਰ ਮਜ਼ਹਬ, ਹਰ ਲੋਕੈਲਿਟੀ ਦੇ ਲੋਕਾਂ ਨੂੰ ਅਸੀਂ ਗਲਵਕੜੀ ਪਾ ਕੇ ਇੱਕ ਮਨੁੱਖਤਾ ਦਾ ਸੰਦੇਸ਼ ਦੇਣ ਆਏ ਹਾਂ, ਜਿਹਦੇ ਵਿੱਚ ਸਾਹਿਬਜ਼ਾਦਿਆਂ ਨੇ ਮਨੁੱਖੀ ਹੱਕਾਂ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ। ਉਸ ਸ਼ਹਾਦਤ ਨੂੰ ਅਸੀਂ ਘਰ ਘਰ ਪਹੁੰਚਾ ਕੇ ਉਹਨਾਂ ਦੇ ਮੈਸੇਜ ਨੂੰ ਅਸੀਂ ਲੋਕਾਂ ਤੱਕ ਪਹੁੰਚਾ ਕੇ ਆਉਣ ਵਾਲੇ ਸਮੇਂ ਦਾ ਚੰਗਾ ਹੋਵੇ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ, ਉਹਦੇ ਵਾਸਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਯੂਨਾਈਟਿਡ ਸਿੱਖ ਵੱਲੋਂ। ਸਰ ਅਸੀਂ ਅਕਸਰ ਦੇਖਦੇ ਹਾਂ ਕਿ ਹੁਣ ਜਿਵੇਂ ਅੱਜ 24th ਹੈ, ਕੱਲ੍ਹ 25th ਹੈ, ਤੇ ਕੱਲ੍ਹ ਕ੍ਰਿਸਮਸ ਦਾ ਤਿਉਹਾਰ ਹੈ, ਤੇ ਸਾਡੇ ਵਿੱਚ ਕਈ ਅਜਿਹੇ ਸਿੱਖ ਭਾਈਚਾਰੇ ਦੇ ਲੋਕ ਵੀ ਹੁੰਦੇ ਨੇ ਜਿਹੜੇ ਬੜੇ ਉਤਸ਼ਾਹ ਦੇ ਨਾਲ ਕ੍ਰਿਸਮਸ ਮਨਾਉਂਦੇ ਨੇ, ਤੇ ਵਿੱਚੋਂ ਪਰ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿ ਭਾਵਨਾ ਨਹੀਂ ਆਉਂਦੀ ਕਿ ਸਾਡੇ ਸਿੱਖ ਇਤਿਹਾਸ ਜਿਹੜਾ ਇੰਨਾ ਬੁਲੰਦ ਇਤਿਹਾਸ ਹੈ, ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ, ਫਿਰ ਵੀ ਉਹ ਸਾਰਾ ਕੁਝ ਭੁਲਾ ਕੇ ਕ੍ਰਿਸਮਸ ਦਾ ਤਿਉਹਾਰ ਮਨਾਉਂਦੇ ਨੇ। ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਬਹੁਤ ਅੱਛੀ ਗੱਲ ਹੈ। ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੀ ਇਹੀ ਹੈ। ਗੁਰੂ ਨਾਨਕ ਸਾਹਿਬ ਨੇ ਕਿਸੇ ਧਰਮ ਵਿੱਚ ਫਰਕ ਨਹੀਂ ਪਾਇਆ। ਅਸੀਂ ਮਨੁੱਖ ਪ੍ਰਾਣੀਆਂ ਸਮਾਜ ਰਹਿਣ ਵਾਲੇ ਹਾਂ, ਅਸੀਂ ਧਾਰਮਿਕ ਲੋਕ ਹਾਂ, ਲੇਕਿਨ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਅਸੀਂ ਸਾਰਿਆਂ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਾਂ, ਭਾਵੇਂ ਉਹ ਕ੍ਰਿਸਮਸ ਹੋਵੇ ਜਾਂ ਕੋਈ ਵੀ ਹੋਵੇ। ਹਾਂ, ਅਸੀਂ ਜਬਰੀ ਧਰਮ ਪਰਿਵਰਤਨ ਦੇ ਬਿਲਕੁਲ ਅਗੇਂਸਟ ਹਾਂ। ਆਪਣੇ ਮਨੋਂ ਕੋਈ ਵੀ ਕਿਸੇ ਨੂੰ ਅਡਾਪਟ ਕਰ ਸਕਦਾ ਹੈ, ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਕੋਈ ਵੀ ਪ੍ਰਚਾਰ ਕਰ ਸਕਦਾ ਹੈ, ਲੇਕਿਨ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ। ਯਿਸੂ ਮਸੀਹ ਨੇ ਵੀ ਆਫਟਰ ਆਪਣੀ ਸ਼ਹਾਦਤ ਦਿੱਤੀ, ਉਹਨੇ ਕਿੱਲ ਠੋਕੇ ਨੇ, ਤੇ ਉਹਨੇ ਕੋਈ ਆਪਣੀ ਪਰਸਨਲ ਨਹੀਂ ਸੀ, ਭਾਵੇਂ ਜੋ ਵੀ ਸੀ ਉਹਨੇ ਦਿੱਤਾ ਆਪਣੀ ਕੌਮ ਵਾਸਤੇ, ਤਾਂ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ, ਕਿਸੇ ਦੇ ਐਂਟੀ ਨਹੀਂ ਹੈਗੇ ਅਸੀਂ। ਮੈਮ ਇਤਿਹਾਸ ਨਾਲ ਗਲਵਕੜੀ ਕਰਵਾਈ ਜਾ ਰਹੀ ਕੁਇਜ਼ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਬਹੁਤ ਹੀ ਵੱਡਾ ਔਰ ਚੰਗਾ ਉਪਰਾਲਾ ਹੈ ਯੂਨਾਈਟਿਡ ਸਿੱਖਸ ਵੱਲੋਂ ਬੱਚਿਆਂ ਵਾਸਤੇ, ਸਪੈਸ਼ਲੀ ਬੱਚਿਆਂ ਵਾਸਤੇ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਸਾਡੇ ਗੁਰੂਆਂ ਨੇ, ਉਹਨਾਂ ਦੇ ਬੱਚਿਆਂ ਨੇ, ਛੋਟੇ ਸਾਹਿਬਜ਼ਾਦਿਆਂ ਨੇ, ਵੱਡੇ ਸਾਹਿਬਜ਼ਾਦਿਆਂ ਨੇ ਕੀ ਕੁਰਬਾਨੀਆਂ ਦਿੱਤੀਆਂ ਨੇ, ਕਿੱਦਾਂ ਉਹਨਾਂ ਨੇ ਆਪਣੀ ਲਾਈਫ ਸੈਕਰੀਫਾਈਸ ਕੀਤੀਆਂ ਨੇ। ਤੇ ਜਦ ਤੱਕ ਇਹਨਾਂ ਦੇ ਇੱਦਾਂ ਦੇ ਇਵੈਂਟਸ ਜਾਂ ਜਿਵੇਂ ਛੋਟੇ ਸਾਹਿਬਜ਼ਾਦੇ ਦੀ ਮੂਵੀ ਆਰਗੇਨਾਈਜ਼ ਕੀਤੀ ਸੀਗੀ, ਜਦ ਤੱਕ ਇਹ ਛੋਟੇ ਇਵੈਂਟਸ ਨਹੀਂ ਕਰਨਗੇ ਤਾਂ ਤੱਕ ਬੱਚਿਆਂ ਨੂੰ ਨਹੀਂ ਪਤਾ ਚੱਲੇਗਾ। ਤੇ ਜਿਵੇਂ ਅਸੀਂ ਨਿਊ ਈਅਰ ਮਨਾਉਂਦੇ ਹਾਂ, ਕ੍ਰਿਸਮਸ ਮਨਾਉਂਦੇ ਹਾਂ, ਪਰ ਇਹ ਚੀਜ਼ਾਂ ਕਰਨੀਆਂ ਵੀ ਬਹੁਤ ਜ਼ਰੂਰੀ ਨੇ। ਤੇ ਇਹ ਬਹੁਤ ਹੀ ਵੱਡਾ ਐਂਡ ਚੰਗਾ ਉਪਰਾਲਾ ਹੈ ਬਾਈ ਯੂਨਾਈਟਿਡ ਸਿੱਖਸ, ਐਂਡ ਆਈ ਥਿੰਕ ਇੱਦਾਂ ਦੀ ਚੀਜ਼ਾਂ, ਇੱਦਾਂ ਦੇ ਇਵੈਂਟਸ ਜ਼ਰੂਰ ਹੋਣੇ ਚਾਹੀਦੇ ਨੇ। ਅਸੀਂ ਪ੍ਰੈਜ਼ੈਂਟ ਐਰਾ ਦੀ ਜੇ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਸਾਡੀ ਜਿਹੜੀ ਯੁਵਾ ਪੀੜ੍ਹੀ ਹੈ ਉਹ ਇਤਿਹਾਸ ਤੋਂ ਪਿਛੜਦੀ ਜਾ ਰਹੀ ਹੈ। ਉਹਨਾਂ ਨੂੰ ਇਤਿਹਾਸ ਦੇ ਬਾਰੇ ਬਿਲਕੁਲ ਜਾਣਕਾਰੀ ਨਹੀਂ ਹੁੰਦੀ ਹੈ ਨਾ। ਜੇ ਮਤਲਬ ਆਪਾਂ ਪਿਕਚਰਸ ਵੀ ਦਿਖਾ ਦਿੰਦੇ ਹਾਂ ਬੱਚਿਆਂ ਨੂੰ, ਵੀ ਆਪਣੇ ਪੇਰੈਂਟਸ ਨੂੰ ਬੱਚੇ ਪੁੱਛਦੇ ਨੇ ਮੰਮਾ ਕੌਣ ਸੀ ਆ, ਇੱਦਾਂ ਕਿਉਂ ਹੋ ਰਿਹਾ। ਤੇ ਤੁਸੀਂ ਇਸ ਨੂੰ ਲੈ ਕੇ ਪੇਰੈਂਟਸ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਆਈ ਥਿੰਕ ਸਭ ਤੋਂ ਪਹਿਲੇ ਤਾਂ ਸਾਡੇ ਸਕੂਲਸ ਦੇ ਵਿੱਚ ਐਜੂਕੇਸ਼ਨ ਹੀ ਨਹੀਂ ਦਿੱਤੀ ਜਾ ਰਹੀ, ਕਿਸੇ ਨੂੰ ਪੜ੍ਹਾਇਆ ਹੀ ਨਹੀਂ ਜਾ ਰਿਹਾ ਕਿ ਸਾਡਾ ਇਤਿਹਾਸ ਹੈ ਕੀ ਹੈ। ਯੂਨਾਈਟਿਡ ਸਿੱਖਸ ਵੱਲੋਂ ਇਹ ਜਿਹੜਾ ਇਨੀਸ਼ੀਏਟਿਵ ਹੈ ਇਸੀ ਗੱਲ ਕਰਕੇ ਹੈ ਕਿ ਪਹਿਲਾਂ ਤੇ ਜਿਹੜਾ ਵੀ ਇਤਿਹਾਸ ਐਸਾ ਜਿਹੜਾ ਇੱਕ ਬਿਲਕੁਲ ਹੀ ਆਮ ਬੱਚਾ 6 ਸਾਲ ਦਾ
ਆਪਣੀ ਜਾਨ ਦੇਣ ਨੂੰ, ਉਹ ਵੀ ਇਸ ਤਰ੍ਹਾਂ ਦੀ ਕਰੇਜ ਨਾਲ। ਇਹ ਪੋਸੀਬਲ ਨਹੀਂ ਹੈ ਕਿ ਅੱਜ ਕੱਲ੍ਹ ਦੇ ਬੱਚੇ ਇੰਨੇ ਕੁ ਜਜ਼ਬਾਤੀ ਹੋਣ ਇੱਕ ਆਪਣੀ ਕੌਮ ਨੂੰ ਬਚਾਉਣ ਲਈ, ਜਾਂ ਮੋਰ ਦੈਨ ਦੈਟ, ਸਿਰਫ ਇੱਕ ਕੌਮ ਨੂੰ ਬਚਾਉਣ ਲਈ ਨਹੀਂ, ਇੱਕ ਪੂਰੀ ਜਨਰੇਸ਼ਨ ਨੂੰ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਹੈ ਜਦੋਂ ਉਹਨਾਂ ਨੇ ਇਹ ਆਪਣੀ ਜਾਨ ਦੇਣ ਦਾ ਇੱਕ ਡਿਸੀਜਨ ਵੀ ਲਿਆ। ਔਰ ਮੈਨੂੰ ਲੱਗਦਾ ਕਿ ਇਹ ਇਤਿਹਾਸ ਬਿਲਕੁਲ ਕਵਰਡ ਨਹੀਂ ਹੈ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਹੀ। ਸਾਡੀ ਖੋਟ ਉੱਥੇ ਹੈਗੀ ਹੈ, ਸ਼ੁਰੂਆਤ ਉੱਥੋਂ ਕਰਨੀ ਚਾਹੀਦੀ ਹੈ, ਤਾਂ ਹੀ ਪੇਰੈਂਟਸ ਵੀ ਅੱਗੋਂ ਇਨੀਸ਼ੀਏਟ ਲੈਣਗੇ। ਔਰ ਮੈਨੂੰ ਲੱਗਦਾ ਕਿ ਇਹ ਗੱਲ ਇੰਨੀ ਕੁ ਜ਼ਿਆਦਾ ਫੈਲਣੀ ਚਾਹੀਦੀ ਹੈ ਕਿ ਐਜੂਕੇਸ਼ਨ ਦੇ ਵਿੱਚ ਹੀ ਸਾਡੀ ਰੀਅਲ ਹਿਸਟਰੀ ਬਾਰੇ ਦੱਸਿਆ ਜਾਏ, ਨਾ ਕਿ ਉਹ ਹਿਸਟਰੀ ਜਿਹੜੀ ਜਿਹਦੇ ਨਾਲ ਅਸੀਂ ਰਿਲੇਟ ਵੀ ਨਹੀਂ ਕਰਦੇ। ਸ਼ੁਰੂ ਹੋ ਜਾਂਦੇ 6th ਕਲਾਸ ਵਿੱਚੋਂ ਕਿ ਅਕਬਰ ਕੌਣ ਸੀ, ਬਾਬਰ ਕੌਣ ਸੀ, ਉਹਨਾਂ ਦਾ ਫਾਦਰ ਕੌਣ ਸੀ, ਉਹਨਾਂ ਦਾ ਬੇਟਾ ਕੌਣ ਸੀ, ਪਰ ਕਿਸੇ ਨੇ ਇਹ ਗੱਲ ਕੀਤੀ ਕਿ ਸਾਡਾ ਇਤਿਹਾਸ ਐਕਚੁਅਲ ਕੀ ਹੈਗਾ। ਅਸੀਂ ਸਿਰਫ ਇਹੀ ਗੱਲਾਂ ਕਰਦੇ ਹਾਂ ਕਿ ਜਿਹੜੀ ਸਾਡੇ ਨਾਲ ਰਿਲੇਟੇਬਿਲਿਟੀ ਹੀ ਨਹੀਂ ਹੈ ਕਿਸੇ ਗੱਲ ਦੀ। ਉਹਨਾਂ ਦੇ ਹੀ ਮੋਨੂਮੈਂਟਸ ਨੂੰ ਅਸੀਂ ਪੂਜਦੇ ਹਾਂ, ਉੱਥੇ ਹੀ ਅਸੀਂ ਜਾ ਕੇ ਉਹਨਾਂ ਨੂੰ ਇੱਕ ਉਪਾਧੀ ਦਿੱਤੀ ਹੋਈ ਹੈ ਕਿ ਇਹ ਵਾਲਾ ਕਿਲਾ ਸੀ, ਉਹ ਵਾਲਾ ਕਿਲਾ ਸੀ। ਬਟ ਵਾਟ ਅਬਾਊਟ ਅਦਰ, ਜਿੱਥੇ ਐਕਚੁਅਲ ਵਿੱਚ ਕੋਈ ਚੇਂਜ ਆਇਆ, ਸਾਡੀ ਪੂਰੀ ਹਿਸਟਰੀ ਬਣੀ, ਸਾਡੇ ਭਾਰਤ ਦੀ ਹਿਸਟਰੀ ਬਣੀ, ਉਹ ਸਾਰਾ ਕਿੱਥੇ ਹੈਗਾ ਇਤਿਹਾਸ? ਉਹ ਕਿੱਥੇ ਖੋ ਗਿਆ ਔਰ ਕਿਉਂ ਉਹਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ? ਇਹਦੇ ਵਿੱਚ ਰਿਲੀਜਨ ਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ। ਇਹ ਤਾਂ ਹਿਸਟਰੀ ਹੈ ਸਾਡੀ ਕੰਟਰੀ ਦੀ, ਸਾਡੇ ਦੇਸ਼ ਦੀ ਹਿਸਟਰੀ ਹੈ, ਉਹਨੂੰ ਤਾਂ ਅੱਗੇ ਵਧਾਉਣਾ ਚਾਹੀਦਾ ਨਾ। ਸੋ ਆਈ ਥਿੰਕ ਪੇਰੈਂਟਸ ਦੀ ਸ਼ੁਰੂਆਤ ਉੱਥੋਂ ਹੋਣੀ ਹੈ ਕਿ ਉਹ ਡਿਮਾਂਡ ਕਰਨ ਸਕੂਲਸ ਤੋਂ ਕਿ ਸਾਡੇ ਬੱਚਿਆਂ ਨੂੰ ਇਹ ਹਿਸਟਰੀ ਪੜ੍ਹਾਓ, ਨਾ ਕਿ ਉਹ ਹਿਸਟਰੀ ਜਿਹਦਾ ਅਸੀਂ ਕੁਝ ਲੈਣਾ ਦੇਣਾ ਹੀ ਨਹੀਂ। ਰੀਅਲ ਹਿਸਟਰੀ ਸ਼ੁੱਡ ਬੀ ਟੌਟ ਇਨ ਸਕੂਲਸ। ਸਰ ਬੀਇੰਗ ਐਨ ਐਡਲਟ ਤੁਹਾਡਾ ਕੀ ਕਹਿਣਾ ਚਾਹੀਦਾ? ਮਤਲਬ ਜੇ ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਦੀ ਗੱਲ ਕਰੀਏ, ਉਹ ਵੀ ਜ਼ਿਆਦਾਤਰ ਇਵੈਂਟਸ ਦੇ ਵਿੱਚ ਇਹੋ ਜਿਹੇ 'ਚ ਇਨਵੋਲਵਡ ਹੈ ਜਿਹਦੇ ਵਿੱਚ ਡਰੱਗ ਐਡਿਕਸ਼ਨ ਹੈ ਨਾ, ਆਪਾਂ ਨਸ਼ਿਆਂ ਦੀ ਪੂਰਤੀ ਕਰ ਰਹੇ ਹਾਂ, ਆਪਾਂ ਸਾਰਾ ਕੁਝ ਅਜਿਹਾ ਕਰ ਰਹੇ ਹਾਂ, ਪਰ ਸਿੱਖ ਇਤਿਹਾਸ ਦੇ ਬਾਰੇ ਕਿਸੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਬੱਚਿਆਂ। ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਦੀਦੀ ਨੂੰ ਕਹਿਣਾ ਚਾਹੂੰਗਾ, ਬਹੁਤ ਵਧੀਆ ਬੋਲਿਆ। ਇਹ ਚੀਜ਼ ਸਾਨੂੰ ਰਿਅਲਾਈਜ਼ ਕਰਨੀ ਚਾਹੀਦੀ ਹੈ ਕਿ ਅੱਜ ਕੱਲ੍ਹ ਕੀ ਆਪਾਂ ਮਿਸ ਕਰ ਰਹੇ ਹਾਂ। ਜਿਵੇਂ ਤੁਸੀਂ ਕਹਿ ਰਹੇ ਹੋ ਬੱਚੇ ਦੂਜੀ ਚੀਜ਼ਾਂ 'ਤੇ ਜਾ ਰਹੇ, ਡਰੱਗਸ ਵਗੈਰਾ 'ਤੇ ਜਾ ਰਹੇ। ਆਪਾਂ ਜਦੋਂ ਤੱਕ ਆਪਣੇ ਇਤਿਹਾਸ ਨੂੰ ਨਹੀਂ ਪੜ੍ਹਾਂਗੇ, ਸਾਨੂੰ ਕੋਈ ਨੌਲੇਜ ਨਹੀਂ ਹੋਣੀ ਆਪਾਂ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੇ। ਆਪਾਂ ਸਿੱਖੀਜ਼ਮ ਨੂੰ ਰਿਪਰੈਜ਼ੈਂਟ ਕਰ ਰਹੇ। ਪਗੜੀ ਦਾ ਇੰਨਾ ਵੱਡਾ ਰਿਸਪੈਕਟ ਹੈਗਾ ਪੂਰੇ ਵਰਲਡ ਦੇ ਵਿੱਚ, ਆਪਾਂ ਉਸ ਚੀਜ਼ ਨੂੰ ਛੱਡ ਕੇ ਦੂਜੀਆਂ ਦੁਨਿਆਵੀ ਚੀਜ਼ਾਂ 'ਚ ਜਾ ਰਹੇ ਜਿਹੜੇ ਆਪਾਂ ਨੂੰ ਇੰਨੀ ਲੋੜ ਨਹੀਂ ਹੈਗੀ ਹੈ। ਉਹ ਸ਼ਾਰਟ ਟਰਮ ਚੀਜ਼ਾਂ ਨੇ, ਲੌਂਗ ਟਰਮ ਆਪਾਂ ਨੂੰ ਪੀਸ ਚਾਹੀਦਾ ਹੈਗਾ। ਆਪਣੇ ਰਿਲੀਜਨ ਨੂੰ ਆਪਾਂ ਲੈ ਕੇ ਚੱਲੀਏ। ਅਤੇ ਯੂਨਾਈਟਿਡ ਸਿੱਖਸ ਉਹਨੇ ਇੰਨਾ ਕਰ ਰਿਹਾ ਹੈਗਾ ਸਾਡੇ ਲਈ, ਇਹਨਾਂ ਨੇ ਔਰਗਨਾਈਜ਼ ਕੀਤਾ, ਇੰਨੀ ਅਵੇਅਰਨੈਸ ਕਰ ਰਿਹਾ। ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਇਹ ਅਵੇਅਰਨੈਸ ਬਹੁਤ ਜ਼ਰੂਰੀ ਹੈਗੀ। ਇਹ 10 ਦਿਨ ਸਾਡੇ ਇਤਿਹਾਸ ਦੇ ਸਭ ਤੋਂ ਔਖੇ ਦਿਨ ਨਿਕਲੇ ਨੇ। ਇਸ ਨੂੰ ਆਪਾਂ ਸੈਲੀਬ੍ਰੇਟ ਨਾ ਕਰਕੇ ਆਪਾਂ ਪਾਠ ਕਰੀਏ, ਜੋ ਰੱਬ ਨੂੰ ਯਾਦ ਕਰੀਏ। ਜਿਹੜੇ ਬੱਚਿਆਂ ਨੇ ਸਾਡੇ ਲਈ ਵਾਹਿਗੁਰੂ ਜੀ ਨੇ ਜੋ ਵੀ ਕੀਤਾ ਹੈਗਾ ਉਹ ਸਾਰਾ ਸਾਡੇ ਲਈ ਹੈਗਾ। ਅਤੇ ਇਹ ਸਿੱਖੀਜ਼ਮ ਨੂੰ ਆਪਾਂ ਪ੍ਰਮੋਟ ਕਰੀਏ। ਜੋ ਯੂਨਾਈਟਿਡ ਸਿੱਖਸ ਇੰਨੇ ਪ੍ਰੈਜ਼ੈਂਟਸ ਲੈ ਕੇ ਆ ਰਹੇ, ਇੰਨੇ ਅੱਜ ਅਵਾਰਡਸ ਦੇ ਰਹੇ, ਇੰਨੀ ਚੀਜ਼ਾਂ ਸਾਨੂੰ ਸਾਈਕਲਾਂ ਦੇ ਰਹੇ, ਜੋ ਸਵੈਟਸ਼ਰਟਸ ਦੇ ਰਹੇ, ਉਹ ਸਭ ਚੀਜ਼ਾਂ ਮੇਰੇ ਖਿਆਲ ਪ੍ਰਮੋਟ ਕਰੇਗੀ ਸਾਡੇ ਅੱਗੇ ਦੇ ਜਨਰੇਸ਼ਨ ਨੂੰ। ਅਤੇ ਜਿਹੜਾ ਵੀ ਅੱਜ ਬੰਦਾ ਇੱਥੇ ਆਇਆ ਹੈ ਉਹ ਖੁਸ਼ੀ ਇਹ ਚੀਜ਼ਾਂ ਯਾਦ ਰੱਖ ਕੇ ਜਾਵੇਗਾ ਅਤੇ ਇਹ ਬਹੁਤ ਬੜਾ ਇੰਪੈਕਟ ਦੇਵੇਗਾ ਸਾਰਿਆਂ ਨੂੰ। ਸਰ ਜੇ ਅਸੀਂ ਇਹ ਵੀ ਦੇਖਦੇ ਹਾਂ ਕਿ ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਹੁੰਦੀ ਹੈ, ਖਾਸ ਕਰ ਮੁੰਡੇ ਇੱਦਾਂ ਹੁੰਦੇ ਨੇ ਵੀ ਕਟਿੰਗ ਕਰਾ ਲੈਂਦੇ ਨੇ, ਆਪਣੇ ਕੇਸ ਜਿਹੜੇ ਨੇ ਉਹ ਕਟਵਾ ਦਿੰਦੇ ਨੇ। ਇਹ ਕਹਿੰਦੇ ਨੇ ਵੀ ਬਹਾਨੇ ਬਹੁਤ ਹੁੰਦੇ ਨੇ ਵੀ ਅਸੀਂ ਸਵਿਮਿੰਗ ਕਰਨੀ ਹੁੰਦੀ ਹੈ, ਜਾਂ ਸਾਡੇ ਬਹੁਤ ਸਾਰੇ ਅਜਿਹੇ ਬਹਾਨੇ ਸਾਹਮਣੇ ਆ ਜਾਂਦੇ ਨੇ। ਅਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਮੈਂ ਤਾਂ ਇਸ ਚੀਜ਼ ਨੂੰ ਬਿਲੀਵ ਹੀ ਨਹੀਂ ਕਰਦਾ ਕਿ ਕੋਈ ਬੰਦਾ ਇਸ ਚੀਜ਼ ਨੂੰ ਲੈ ਕੇ ਪ੍ਰੋਬਲਮੈਟਿਕ ਹੋ ਸਕਦਾ ਜਦੋਂ ਤੱਕ ਆਪਣੇ ਦਿਲ 'ਚ ਉਹ ਵਿਸ਼ਵਾਸ ਨਹੀਂ ਹੈਗਾ। ਜਦੋਂ ਉਹ ਵਿਸ਼ਵਾਸ ਹੋਣਾ ਚਾਹੀਦਾ, ਉਹ ਸਾਡੇ ਵੱਡੇ ਸਾਨੂੰ ਪ੍ਰਮੋਟ ਕਰ ਸਕਦੇ ਨੇ। ਇੱਦਾਂ ਦੇ ਇਵੈਂਟ ਸਾਨੂੰ ਰਿਅਲਾਈਜ਼ ਕਰਾਉਂਦੇ ਨੇ ਕਿ ਕਿਵੇਂ ਤੁਹਾਡੀ ਇਹ ਪਗੜੀ ਦੀ ਕੀ ਇੰਪੋਰਟੈਂਸ ਹੈਗੀ ਹੈ, ਤੁਹਾਡੀ ਦਾੜੀ ਦੀ ਕੀ ਇੰਪੋਰਟੈਂਸ ਹੈਗੀ ਹੈ। ਜਦੋਂ ਤੱਕ ਆਪਾਂ ਨਹੀਂ ਰਿਅਲਾਈਜ਼ ਕਰਾਂਗੇ, ਉਹ ਸਾਡੇ ਵੱਡੇ ਸਾਨੂੰ ਨਹੀਂ ਦੇਵਾਂਗੇ। ਉਹ ਉਸ ਦੇ ਵਿੱਚ ਸਾਰੇ ਰਿਲੇਟਡ ਨੇ, ਵੱਡੇ ਵੀ ਰਿਲੇਟਡ ਨੇ, ਬੱਚੇ ਵੀ ਰਿਲੇਟਡ ਹੈ। ਪੇਰੈਂਟਸ ਨੂੰ ਆਪਣੇ ਪੂਰੀ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਕਿ ਆਪਾਂ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੇ। ਉਹੀ ਗੱਲ ਹੈ, ਸਿੱਖੀਜ਼ਮ ਇੱਕ ਬਹੁਤ ਵੱਡੀ ਕੌਮ ਹੈਗੀ ਹੈ, ਇੱਕ ਬਹੁਤ ਵੱਡੀ ਮੀਨਿੰਗ ਹੈਗੀ ਇਸ ਚੀਜ਼ ਦੇ ਪਿੱਛੇ, ਜਿਹੜੇ ਆਪਾਂ ਸਾਨੂੰ ਰਿਅਲਾਈਜ਼ ਕਰਨਾ ਚਾਹੀਦੇ ਅਤੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਇਸ ਦੇ ਪਿੱਛੇ ਇੰਪੋਰਟੈਂਸ ਕੀ ਹੈਗੀ। ਅਤੇ ਜੇ ਉਹ ਰਿਅਲਾਈਜ਼ ਕਰਾਂਗੇ, ਉਹ ਆਪੇ ਇਸ ਵੱਲ ਨਹੀਂ ਚੱਲਣਗੇ, ਉਹ ਇੱਕ ਸਟ੍ਰੇਟ ਪਾਥ 'ਤੇ ਚੱਲਣਗੇ ਜਿਹੜਾ ਰਾਈਟ ਪਾਥ ਹੈਗਾ। ਬੱਚਿਆਂ ਨੂੰ ਕੁਛ ਨਹੀਂ ਪਤਾ, ਉਹਦੀ ਮੇਨ ਗਲਤੀ ਹੁੰਦੀ ਆ ਪੇਰੈਂਟਸ ਦੀ। ਪੇਰੈਂਟਸ ਨੂੰ ਸਾਰਾ ਕੁਝ ਦੱਸਣਾ ਚਾਹੀਦਾ। ਇੱਕ ਸਿੱਖ ਇਤਿਹਾਸ, ਇੱਕ ਆਪਣੇ ਯਾਨੀ ਕਿ ਸਿੱਖ ਇਤਿਹਾਸ ਹੀ ਆ। ਸ਼ਹੀਦੀਆਂ ਸਭ ਤੋਂ ਪਹਿਲਾਂ ਦਿਲਾਓ। ਇਹ ਜਿਹੜੇ ਦਿਨ ਸ਼ਹੀਦੀਆਂ ਦੇ ਚੱਲਦੇ ਪਏ ਨਾ, ਇੰਨੀ ਠੰਡ ਦੇਖੋ, ਆਪਾਂ 4 ਜੈਕਟਾਂ ਪਾਈਆਂ ਕਿ ਉਦੋਂ ਆਪਾਂ ਪਤਾ ਕਰੀਏ ਵੀ ਸਾਹਿਬਜ਼ਾਦਿਆਂ ਨੇ ਜੈਕਟਾਂ ਪਾਈਆਂ ਸੀ ਉਦੋਂ। ਜਾਣੀ ਕਿ ਆਪਾਂ ਲਿਖਾਰੀ ਵੀ ਕੋਈ ਜਿਹੜੇ ਮਹਾਨ ਕਵੀ ਵੀ, ਉਹ ਵੀ ਜਦੋਂ ਲਿਖਦੇ ਆ ਨਾ, ਉਹਨਾਂ ਦੀ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਵੀ ਅਸੀਂ ਕੀ ਲਿਖੀਏ ਉਹਨਾਂ ਬਾਰੇ, ਹੈ ਨਾ। ਉਹਨਾਂ ਦੀ ਸਿਫਤ ਨਹੀਂ ਹੋਣ ਜੀ। ਇੱਕ ਵਾਰੀ ਆਪਾਂ ਬਿਲਕੁਲ ਸਾਬਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਦੇ ਅੱਗੇ ਖੜੇ ਹੋ ਕੇ ਉਹਨਾਂ ਕੋਲੋਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ 'ਚ ਦੇਖੀ ਵੀ ਅਸੀਂ ਉਹਨਾਂ ਵਕਤ ਲੱਗਦੇ ਪਏ ਹਾਂ।
ਜੇ ਆਪਾਂ ਉਹਨਾਂ ਵਰਗੇ ਲਾਗੇ ਨਾ ਸਮਝੋ ਆਪਣੀ ਬੇੜੀ ਓਕੇ ਹੋ ਜਾਣੀ ਹੈ। ਕੇਸ ਕੱਟੀ ਜਾ ਰਹੇ ਨੇ ਸਿੱਖ, ਸਿਰਫ ਕੀ ਉਹਨਾਂ ਨੂੰ ਇੱਥੋਂ ਸਹੀ ਹੁੰਦੇ ਆ, ਕੈਨੇਡਾ ਦੀ ਜਾਂਦੇ ਆ ਨਾਲ ਹੀ ਕੇਸ ਕੱਟ ਦਿੰਦੇ ਆ। ਉਹਨਾਂ ਨੇ ਵੀ ਸਿੱਖਿਆ ਵੀ ਅਸੀਂ ਵੀ ਐਸ਼ੋ ਆਰਾਮ ਕਰੀਏ, ਮਹਾਰਾਜ ਖੁਦ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਇੰਨਾ ਕੁਝ ਐਸ਼ੋ ਆਰਾਮ ਦੇਵਾਂਗੇ, ਤੁਸੀਂ ਇਸਲਾਮ ਕਬੂਲ ਕਰ ਲਓ, ਪਰ ਨਹੀਂ। ਮਹਾਰਾਜ ਤਾਂ ਹੈਗੇ ਸੀਗੇ, ਉੱਪਰੋਂ ਹੋਰ ਉਹਨਾਂ ਦੇ ਸਾਹਿਬਜ਼ਾਦੇ ਜਿਹੜੇ ਕਿ ਛੋਟੀ ਉਮਰ ਦੇ ਸੀਗੇ, ਉਹਨਾਂ ਨੇ ਵੀ ਇਹ ਕਹਿਤਾ ਸੀ ਜੇ ਤੁਸੀਂ ਜਦੋਂ ਉਹਨਾਂ ਨੂੰ ਯਾਨੀ ਕਿ ਕਤਲ ਕਰਨ ਲੱਗੇ ਸੀਗੇ, ਯਾਨੀ ਕਿ ਉਹਨਾਂ ਨੇ ਜਦੋਂ ਆਰਾ ਕਰਨ ਲੱਗੇ ਸੀਗੇ ਲਾਸਟ ਟਾਈਮ ਤੇ ਉਹਨਾਂ ਦੇ ਸੀਗੇ, ਜਦੋਂ ਕਹਿੰਦੇ ਸੀ ਵੀ ਤੁਸੀਂ ਹਲੇ ਵੀ ਯਾਨੀ ਕਿ ਤੁਹਾਨੂੰ ਅਸੀਂ ਛੱਡ ਦੇਵਾਂਗੇ ਕਿ ਤੁਸੀਂ ਇਸਲਾਮ ਕਬੂਲ ਕਰ ਲਓ, ਹੈ ਨਾ। ਉਹਨਾਂ ਨੇ ਕਹਿਤਾ ਸੀਗਾ, ਕਹਿੰਦੇ ਨਹੀਂ ਅਸੀਂ ਨਹੀਂ ਕਰਨਾ, ਜੋ ਮਰਜ਼ੀ ਸਾਡੇ ਤੇ ਤਸ਼ੱਦਦ ਦੇ ਦਿਓ। ਉਹ ਕਹਿੰਦੇ ਸੀ ਕਿ ਦੇਖੋ ਸਾਨੂੰ ਨਾ ਯਾਨੀ ਕਿ ਸਾਡੇ ਬਾਰੇ ਨਹੀਂ ਪਤਾ ਹਲੇ, ਅਸੀਂ ਹੈਗੇ ਯਾਨੀ ਕਿ ਸਾਡੇ ਦਾਦੇ ਪੜਦਾਦੇ ਸ਼ੁਰੂ ਤੋਂ ਸੀਗੇ, ਯਾਨੀ ਕਿ ਤੁਹਾਡੇ ਜਿਹੜਾ ਨੇ ਸਿੱਖਾਂ ਨੂੰ ਬੜੇ ਖਤਮ ਕੀਤਾ ਸੀ ਨਾ, ਯਾਨੀ ਕਿ ਹਲਾਲ ਜਿੱਦਾਂ ਕਿੰਜ ਨੂੰ ਕਹਿੰਦੇ ਉਹ ਆ ਸੀ। ਉਹ ਕਹਿੰਦੇ ਜੇ ਤੁਸੀਂ ਜਨਮਾਂ ਤੋਂ ਹਲਾਲ ਆਨੇ ਤੇ ਅਸੀਂ ਸਾਡੇ ਵੀ ਦਾਦੇ ਪੜਦਾਦਿਆਂ ਤੋਂ ਸ਼ਹੀਦੀਆਂ ਦਿੱਤੀਆਂ ਨੇ, ਤੇ ਅਸੀਂ ਵੀ ਯਾਨੀ ਕਿ ਜਿੰਨਾ ਮਰਜ਼ੀ ਸਾਡੇ ਤੋਂ ਤਸ਼ੱਦਦ ਦੇ ਲਓ, ਪਰ ਅਸੀਂ ਸਿੱਖ ਧਰਮ ਨੂੰ ਨਹੀਂ ਛੱਡਣਾ। ਉਹ ਚੀਜ਼ ਨੂੰ ਯਾਦ ਕਰਦੇ ਹੋਏ ਦੇਖੋ ਅੱਜ ਬੱਚੇ ਮੈਂ ਦੇਖਿਆ ਜਿੰਨੇ ਵੀ ਮੌਲ, ਮੇਰਾ ਵੀ ਵੀਡੀਓ ਦਾ ਕੰਮ ਆ ਜੀ, ਆਪਾਂ ਅਲੱਗ-ਅਲੱਗ ਮੁੱਲ ਜਾ ਕੇ ਹਰ ਪਾਸੇ ਕ੍ਰਿਸਮਸ ਡੇ ਮਨਾਓ ਜੀ, ਸੱਦ ਕੇ ਮਨਾਓ ਜੀ, ਜਿਨ੍ਹਾਂ ਦਾ ਗੁਰੂ ਉਹਨਾਂ ਨੂੰ ਪੂਜੋ, ਪਰ ਕਿ ਜਿਹੜੇ ਦਿਨ ਚੱਲਦੇ ਨਾ ਇਹਦੇ ਵਿੱਚ ਆਪਾਂ ਕਿਸੇ ਨੂੰ ਮੰਦਾ ਨਾ ਬੋਲੀਏ, ਕੋਈ ਵੀ ਵਰਡ ਮੂੰਹ ਚੋਂ ਇਦਾਂ ਤਾਂ ਨਾ ਕੱਢੀਏ ਕਿ ਗੱਲ ਨੂੰ ਦੁੱਖ ਲੱਗੇ। ਦੂਜੀ ਗੱਲ ਹੈ ਕਿ ਜਦੋਂ ਦੇਖੋ ਮੇਨ ਗੱਲ ਕੀ ਹੈ, ਜਦੋਂ ਕੋਈ ਆਪਾਂ ਨੂੰ ਫ੍ਰੀ 'ਚ ਚੀਜ਼ ਮਿਲ ਜਾਂਦੀ ਨਾ ਆਪਾਂ ਉਹਦੀ ਕਦਰ ਨਹੀਂ ਕਰਦੇ। ਜਿਹੜਾ ਸਿੱਖੀ ਰੂਪ ਨਾ ਇਹ ਆਪਾਂ ਨੂੰ ਫ੍ਰੀ 'ਚ ਮਿਲਿਆ, ਮਹਾਰਾਜ ਨੇ ਸ਼ਹੀਦੀਆਂ ਦਿੱਤੀਆਂ, ਇਹਨਾਂ ਦਾ ਕਦਰ ਕਰੀਏ। ਮੇਨ ਗੱਲ ਕੀ ਇਹਨਾਂ ਦੀ ਕਦਰ ਕਰੀਏ। ਇਹ ਦਿਨਾਂ ਵਿੱਚ ਜਾ ਕੇ ਆਪਣੇ ਨੂੰ ਥੋੜ੍ਹਾ ਜਿਹਾ ਠੰਡਾ ਰੱਖੀਏ, ਬਾਣੀ ਜੁੜੀ ਹੈ ਪੱਤ ਵੱਲ, ਸਾਰੀਆਂ ਗੱਲਾਂ ਨੂੰ ਛੱਡ ਕੇ, ਸਾਰੇ ਵਿਆਹ ਸ਼ਾਦੀ ਸਾਰੇ ਛੱਡ ਕੇ ਫਤਿਹਗੜ੍ਹ ਸਾਹਿਬ ਡੇਰਾ ਲਾਈਏ। ਸਿਰਫ 2-3 ਦਿਨ ਉੱਥੇ ਤੁਸੀਂ ਬੈਠੋ। ਅੱਜ ਵੀ ਜੇ ਤੁਸੀਂ ਸੱਚੇ ਮਨ ਦੇ ਨਾਲ ਨਾ ਮਾਤਾ ਗੁਜਰੀ ਜੀ ਨੂੰ ਉੱਥੇ ਦੇਖੋਗੇ, ਉੱਥੇ ਬੈਠੇ ਨੇ ਉਹ ਛੋਟੇ ਸਾਹਿਬਜ਼ਾਦੇ ਵੀ ਉੱਥੇ ਬੈਠੇ ਨੇ। ਜੇ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੋਗੇ, ਮਨ ਦੀ ਬਿਲਕੁਲ ਭਾਵਨਾ ਨਾਲ ਦੇਖੋਗੇ, ਅੱਜ ਵੀ ਤੁਸੀਂ ਦੇਖੋਗੇ ਨਾ ਉੱਥੇ ਠੰਡੇ ਬੁਰਜ ਦੇ ਵਿੱਚ ਅੱਜ ਵੀ ਉਹਨਾਂ ਦੀਆਂ ਵਾਹਿਗੁਰੂ ਦੀਆਂ ਆਵਾਜ਼ਾਂ ਸਾਨੂੰ ਸੁਣਨਗੀਆਂ। ਸਿਰਫ ਇੱਕ ਦਿਮਾਗ ਲਾਉਣਾ ਪੈਣਾ ਸਾਨੂੰ, ਬਸ ਉਹਨਾਂ ਨੂੰ ਜੁੜਨਾ ਪੈਣਾ ਆ। ਬਸ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਮਹਾਰਾਜ ਹਰੇਕ ਬੱਚੇ ਨੂੰ ਤੰਦਰੁਸਤੀ ਬਖਸ਼ਣ। ਸਭ ਤੋਂ ਪਹਿਲਾਂ ਨਾ ਕੇਸ ਆ ਜਿਹੜੇ ਆਹ ਕੇਸ ਆ ਇਹਨਾਂ ਨੂੰ ਸਾਂਭ ਲਓ, ਸਿੱਖੀ ਸਰੂਪ ਸਾਂਭ ਲਓ। ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੀਆਂ ਆਪਣ ਜਿਹੜੀਆਂ ਆਪਾਂ ਨੂੰ ਕੋਈ ਔਖ ਹੋਊਗੀ। ਤਾਂ ਬਸ ਇਹੀ ਮਿਹਰਬਾਨੀ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਇਸ ਇਵੈਂਟ ਦੇ ਬਾਰੇ ਕੀ ਕਹਿਣਾ? ਇਹ ਬਹੁਤ ਵਧੀਆ ਇਵੈਂਟ ਹੈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਇਸ ਇਵੈਂਟ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਹੋਰ ਕ੍ਰਿਸਮਸ ਇੱਕ ਜਗ੍ਹਾ ਹੈ, ਬਟ ਸਾਹਿਬਜ਼ਾਦੇ ਦੀ ਸ਼ਹੀਦੀ ਦੇਖੀ ਜਾਏ ਤਾਂ ਉਹਨਾਂ ਨੇ ਸਾਡੇ ਲਈ ਬਹੁਤ ਕੀਤਾ ਹੈ, ਅਤੇ ਸਿੱਖੀ ਅਤੇ ਸਿੱਖੀਜ਼ਮ ਨੂੰ ਵਧਾਉਣ ਵਾਸਤੇ ਇਵੈਂਟ ਬਹੁਤ ਮਹੱਤਵਪੂਰਨ ਹੈ। ਬੀਇੰਗ ਯੰਗ ਹੈ ਨਾ, ਯੰਗ ਪੀਪਲ, ਤੇ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਦੀ ਯੰਗ ਪੀੜ੍ਹੀ ਕ੍ਰਿਸਮਸ ਮਨਾਉਣ 'ਚ, ਨਿਊ ਈਅਰ ਮਨਾਉਣ 'ਚ ਇਸ ਵੇਲੇ ਬਿਜ਼ੀ ਹੈ। ਹਰ ਕੋਈ ਪਾਰਟੀ ਕਿੱਥੇ ਕਰ ਰਿਹਾ, ਕੋਈ ਕਿੱਥੇ ਕਰ ਰਿਹਾ। ਨਿਊ ਈਅਰ ਕ੍ਰਿਸਮਸ ਈਵਸ ਹੁੰਦੀਆਂ, ਅਤੇ ਤੁਸੀਂ ਉਹ ਸਭ ਕੁਝ ਛੱਡ ਕੇ ਇੱਥੇ ਪਹੁੰਚੇ ਹੋ। ਕੀ ਸੋਚ ਕੇ ਤੁਸੀਂ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋ? ਐਕਚੁਅਲੀ ਸਾਡੇ ਗੁਰੂਆਂ ਨੇ ਵੀ ਕੁਝ ਸੋਚੇ ਬਿਨਾਂ ਹੀ ਸਾਡੇ ਸਿੱਖੀ ਦੇ ਲਈ, ਸਾਡੇ ਪਹਿਚਾਣ ਲਈ ਇੰਨੀ ਕੁਰਬਾਨੀਆਂ ਦਿੱਤੀਆਂ ਸੀ। ਐਂਡ ਇਟ ਇਜ਼ ਜਸਟ ਅ ਲਿਟਲ ਟ੍ਰਿਬਿਊਟ ਕਿ ਅਸੀਂ ਉਹਨਾਂ ਦੇ ਐਵਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਯਾਦ ਕਰੀਏ ਔਰ ਆਪਣੀ ਹਿਸਟਰੀ ਨੂੰ ਰਿਲਿਸ਼ ਕਰੀਏ। ਐਂਡ ਵੀ ਸ਼ੁੱਡ ਬੀ ਪ੍ਰਾਊਡ ਕਿ ਸਾਡੇ ਗੁਰੂਆਂ ਨੇ ਸਾਡੇ ਸਰੂਪ ਲਈ ਸਾਨੂੰ ਇੰਨੀ ਕੁਰਬਾਨੀਆਂ ਦਿੱਤੀਆਂ ਸੀਗੀਆਂ। ਸਰ ਤੁਹਾਡਾ ਕੀ ਕਹਿਣਾ? ਮੈਨੂੰ ਲੱਗਦਾ ਹੈ ਜੀ ਸਪੈਸ਼ਲੀ ਸਾਡੇ ਯੰਗਸਟਰਸ ਨੂੰ ਜਿਹੜੇ ਅੱਗੇ ਲੈ ਕੇ ਜਾਣਗੇ ਆਪਣੇ ਇਤਿਹਾਸ ਨੂੰ, ਸਾਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਸਾਡੇ ਇਤਿਹਾਸ ਬਾਰੇ। ਤੁਸੀਂ ਸਿੱਖੀ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਦਿਓ ਸਾਡੇ ਵਿਊਅਰਸ ਨੂੰ, ਉਹ ਵੀ ਜਾਣਨ ਕਿ ਸਾਡਾ ਸਿੱਖੀ ਦਾ ਇਤਿਹਾਸ ਭਰਪੂਰ ਹੈ ਅਤੇ ਲੋਕਾਂ ਨੂੰ ਫਿਰ ਵੀ ਨਹੀਂ ਪਤਾ ਹੁੰਦਾ। ਤੁਸੀਂ ਥੋੜ੍ਹੀ ਜਿਹੀ ਚਾਨਣਾ ਪਾ ਸਕਦੇ ਹੋ। ਇਸ ਤਰ੍ਹਾਂ ਹੈਗਾ ਜੀ, ਦੇਖੋ ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਉੱਤੇ ਜਨਮ ਲਿਆ, ਉਸ ਤੋਂ ਪਹਿਲਾਂ ਹਾਲਾਤ ਇਤਨੇ ਮਤਲਬ ਬਦਤਰ ਹਾਲਾਤ ਸੀਗੇ। ਮਤਲਬ ਇਹ ਹੈ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜੇ ਕੁਰਾਹੇ ਪਏ ਹੋਏ ਸੀਗੇ, ਜਿਹੜੇ ਆਪਣੇ ਸਹੀ ਤਾਂ ਆਪਣੀ ਹੀ ਮਨਵਾਉਣ 'ਤੇ ਲੱਗੇ ਹੋਏ ਸੀ, ਉਹਨਾਂ ਨੂੰ ਇੱਕ ਸਹੀ ਪੰਥ, ਸਹੀ ਰਸਤਾ, ਸਹੀ ਉਹ ਮਤਲਬ ਇਹ ਹੈ ਆਪਣਾ ਅਸਤਿਤਵ ਹੋਂਦ ਵਜੋਂ ਅਸੀਂ ਕਿਵੇਂ ਆਪਣਾ ਦਿਖਾਉਣਾ ਹੈਗਾ, ਉਸ ਰਸਤੇ ਉੱਤੇ ਚੱਲ ਕੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਰਤ ਕਰਨੀ ਹੈ। ਔਰ ਸਭ ਤੋਂ ਵੱਡਾ ਉਹਨਾਂ ਨੇ ਕਿਹਾ ਗ੍ਰਸਥ ਆਸ਼ਰਮ ਜਿਹੜਾ ਹੈ ਉਹ ਸਭ ਤੋਂ ਸ੍ਰੇਸ਼ਟ ਹੈ। ਇਹ ਨਹੀਂ ਹੈ ਬਈ ਅਸੀਂ ਘਰ ਬੈਠੇ ਅਸੀਂ ਗੁਰਦੁਆਰਿਆਂ ਵਿੱਚ ਜਾਂ ਮੰਦਿਰਾਂ ਵਿੱਚ ਆ ਕੇ ਇਹ ਕੰਮ ਕਰੀਏ, ਨਹੀਂ। ਉਹਨਾਂ ਨੇ ਕਿਹਾ ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ ਹੈ, ਵੰਡ ਵੀ ਛਕਣੀ ਹੈ, ਔਰ ਜਿਹੜੀ ਹੈ ਮਤਲਬ ਇਹ ਹੈ ਬਈ ਸੱਚ ਦੇ ਉੱਤੇ ਚੱਲਣਾ ਹੈ, ਸੱਚ 'ਤੇ ਪਹਿਰਾ ਦੇਣਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇਸ ਪੰਥ ਨੂੰ ਅੱਗੇ ਤੋਰ ਕੇ ਆਪਣੇ ਪਰਿਵਾਰ ਵਿੱਚ ਉਹਨਾਂ ਨੇ ਗੱਦੀ ਨਾ ਦੇ ਕੇ ਗੁਰੂ ਅੰਗਦ ਸਾਹਿਬ ਨੇ ਆਪਣੇ ਪਰਿਵਾਰ ਵਿੱਚ ਗੱਦੀ ਨਾ ਦੇ ਕੇ
ਗੁਰੂ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਜੀ ਨੇ ਪਰਿਵਾਰ ਵਿੱਚ ਗੱਦੀ ਨਾ ਦੇ ਕੇ ਗੁਰੂ ਰਾਮਦਾਸ ਜੀ ਨੂੰ, ਇਸ ਤੋਂ ਬਾਅਦ ਫਿਰ ਜਿਹੜਾ ਹੈ ਮਤਲਬ ਇਹ ਹੈ ਗੁਰੂ ਰਾਮਦਾਸ ਤੋਂ ਲੈ ਕੇ 5ਵੇਂ ਗੁਰੂ ਤੋਂ ਲੈ ਕੇ 10ਵਾਂ ਗੁਰੂ ਤੱਕ ਘਰ ਵਿੱਚ ਗੱਦੀ ਕਿਵੇਂ ਆਈ, ਕਿਵੇਂ ਉਹਨਾਂ ਨੂੰ ਕਿੰਨੀਆਂ ਔਕੜਾਂ ਤੇ ਕਿੰਨੇ ਮਤਲਬ ਇਹ ਹੈ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਹ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਵੀ ਜਿਹੜੀ ਲੰਗਰ ਦੀ ਪ੍ਰਥਾ ਚਲਾਈ, ਗੁਰੂ ਅਮਰਦਾਸ ਜੀ ਨੇ ਜਿਵੇਂ ਜਿਹੜਾ ਸੀਗਾ ਸਤੀ ਦੀ ਰਸਮ ਨੂੰ ਇੱਕ ਮਤਲਬ ਇਹ ਆ ਵੀ ਇਹਨੂੰ ਗਲਤ ਦੱਸਦੇ ਹੋਏ ਉਹਦੇ ਲਈ ਕਾਨੂੰਨ ਬਣਵਾਇਆ। ਅੰਗਰੇਜ਼ਾਂ ਮਤਲਬ ਇਹ ਮੁਸਲਮਾਨਾਂ ਨੂੰ ਕੁਰਾਹੇ ਪਿਆਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਮਤਲਬ 6ਵੇਂ ਪਾਤਸ਼ਾਹ ਨੇ ਕਿਵੇਂ 4 ਜੰਗਾਂ ਲੜੀਆਂ, ਮੁਕਾਬਲਾ ਕੀਤਾ ਜ਼ੁਲਮ ਦਾ। ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਇਸ ਕੌਮ ਵਿੱਚ ਇਹ ਦੱਸਿਆ ਭਈ ਸਿਰਫ ਅਸੀਂ ਸਿਰਫ ਭਗਤੀ ਨਹੀਂ, ਭਗਤੀ ਦੇ ਨਾਲ ਸ਼ਕਤੀ ਵੀ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਨੇ ਕਿਵੇਂ ਸ਼ਹਾਦਤ ਦਿੱਤੀ ਦਿੱਲੀ ਚਾਂਦਨੀ ਚੌਕ ਵਿੱਚ, ਕਿਵੇਂ ਉਹਨਾਂ ਨੇ ਮਤਲਬ ਹੈ ਤਿਲਕ ਜੰਦੂ ਰਾਖਾ ਪ੍ਰਭਤਾਕਾ, ਉਹਨਾਂ ਨੇ ਕਿਵੇਂ ਜੰਜੂ ਦੀ ਰੱਖਿਆ ਕੀਤੀ, ਕਿਵੇਂ ਉਹਨਾਂ ਨੇ ਕੌਮ ਮਤਲਬ ਇਹ ਹੈ ਹਿੰਦੂ ਜਰਵਾਣੇ ਹਿੰਦੂ ਕੌਮ ਦੀ ਰੱਖਿਆ ਕਰਨ ਲਈ ਕਸ਼ਮੀਰ ਦੇ ਬ੍ਰਾਹਮਣਾਂ ਨੂੰ ਮਤਲਬ ਇਹ ਉਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਕਹਿ ਦਿਓ ਅਗਰ ਗੁਰੂ ਤੇਗ ਬਹਾਦਰ ਜੀ ਅਗਰ ਮੁਸਲਮਾਨ ਬਣ ਜਾਣਗੇ ਤੇ ਸਾਰਾ ਕਸ਼ਮੀਰ ਮੁਸਲਮਾਨ ਬਣ ਜਾਏਗਾ। ਤੇ ਗੁਰੂ ਸਾਹਿਬ ਨੇ ਅਖੀਰ ਇਹ ਆਨੰਦ ਦੀ ਘੜੀ ਜਿਹੜੀ ਹੈ ਉਹਨਾਂ ਛੱਡਣੀ, ਜਿਹੜੀ ਸਿੰਘਾਂ ਦੇ ਕਹਿਣ ਉੱਤੇ ਛੱਡਣੀ ਮਨਜ਼ੂਰ ਕੀਤੀ। ਅਖੀਰ ਜਿਹੜੀਆਂ ਨੇ ਇਹ 4 ਲੜਾਈਆਂ ਦੇ ਵਿੱਚ 2 ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਚਮਕੌਰ ਦੀ ਗੜੀ ਵਿੱਚ। ਉਸ ਤੋਂ ਬਾਅਦ ਪਰਿਵਾਰ ਵਿਛੋੜਾ, ਜਿਵੇਂ ਦਿੱਲੀ ਚਲੇ ਗਏ ਉਹ ਇੱਕ ਮਾਤਾ ਸੁੰਦਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਦਾਦੀ ਦੇ ਨਾਲ ਉਹਨਾਂ ਨੇ ਕਿਵੇਂ ਸ਼ਹਾਦਤ ਦਿੱਤੀ ਔਰ ਉਹਨਾਂ ਸ਼ਹਾਦਤਾਂ ਨੂੰ ਅਸੀਂ ਅੱਜ ਇਹ ਜਿਹੜੇ ਦਿਨ ਨੇ ਅਸੀਂ ਸਮਰਪਿਤ ਕਰ ਰਹੇ ਹਾਂ। ਅੱਜ ਅਸੀਂ ਕੌਮ ਨੂੰ ਬੱਚਿਆਂ ਨੂੰ ਇਹ ਸੇਧ ਦੇਣਾ ਚਾਹੁੰਦੇ ਹਾਂ ਕਿ ਆਪਾਂ ਸਿੱਖੀ ਵੱਲ ਆਈਏ। ਸਿੱਖ ਧਰਮ ਕਿੰਨਾ ਮਤਲਬ ਇਹ ਹੈ ਕਿੰਨਾ ਸੌਖਾ ਸਡੋਲ ਔਰ ਇਹਦੇ ਕਿੰਨੇ ਜਿਹੜੇ ਦੂਸਰੇ ਧਰਮਾਂ ਨਾਲੋਂ ਕਿੰਨੇ ਸਿੱਧੇ ਸਾਦੇ ਔਰ ਪੱਧਰੇ ਜਿਹੜੇ ਨੇ ਕਾਨੂੰਨ ਹੈਗੇ ਨੇ। ਇਹਨਾਂ ਦੇ ਉੱਤੇ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਹੈ। ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿੰਨਾ ਸੁਖਾਲਾ, ਕਿੰਨਾ ਸਾਦਾ ਔਰ ਹਰ ਚੀਜ਼ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਆਇਆ, ਸਾਡਾ ਜਿਹੜਾ ਪੰਥ ਹੈ ਉਹ ਸਾਰਿਆਂ ਨੂੰ ਭਾਵੇਂ ਨਵੇਕਲਾ ਪਰ ਉਹਦੇ 'ਚ ਇੰਨੀ ਸਾਦਗੀ ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਬਾਕੀ ਸਾਰੇ ਨਾਲੋਂ ਸੁਪਰੀਮ ਬਣਿਆ ਹੋਇਆ ਹੈ। ਇਹੀ ਮੈਂ ਸੋਚਦਾ ਹਾਂ ਕਿ ਅੱਜ ਦੇ ਬੱਚਿਆਂ ਨੂੰ ਪਰਿਵਾਰ ਦੇ ਵਿੱਚ ਸਿੱਖ ਪਰਿਵਾਰ ਦੇ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਸੇਧ ਦੇਣ, ਸਿੱਖੀ ਵੱਲ ਤੋਰਨ, ਅੰਮ੍ਰਿਤ ਛਕਣ ਔਰ ਆਪਣੇ ਬੱਚਿਆਂ ਨੂੰ ਜਿਹੜਾ ਹੈ ਗੁਰਸਿੱਖੀ ਜੀਵਨ ਬਖਸ਼ਣ। ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅਸੀਂ ਸਭ ਨਾਲ ਗੱਲਬਾਤ ਕੀਤੀ ਤੇ ਸਭ ਦਾ ਹੀ ਕਹਿਣਾ ਕਿ ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਨੂੰ, ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਸਿੱਖਾਂ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਉਣ ਦੇ ਲਈ ਤੇ ਸਿੱਖ ਇਤਿਹਾਸ ਨੂੰ ਅੱਜ ਵੀ ਜ਼ਿੰਦਾ ਰੱਖਣ ਦੇ ਲਈ ਅੱਜ ਇੱਕ ਕੁਇਜ਼ ਆਰਗੇਨਾਈਜ਼ ਕਰਵਾਈ ਗਈ ਹੈ। ਤੇ ਦੱਸਣਯੋਗ ਹੈ ਕਿ ਹੁਣ ਜਿਹੜੇ ਦਿਨ ਚੱਲ ਰਹੇ ਨੇ ਉਹ 4 ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਜਿਹੜੇ ਨੇ ਉਹ ਚੱਲ ਰਹੇ ਨੇ ਤੇ ਜਿਸ ਕਰਕੇ ਸਾਰਾ ਸਿੱਖ ਇਤਿਹਾਸ ਜਿਹੜਾ ਉਹ ਕਾਫੀ ਜ਼ਿਆਦਾ ਇਹਨਾਂ ਦਿਨਾਂ ਨੂੰ ਮਹਿਸੂਸ ਕਰ ਸਕਦੇ ਕਿਸ ਤਰੀਕੇ ਦੇ ਨਾਲ 4 ਸਾਹਿਬਜ਼ਾਦਿਆਂ ਨੇ ਸਾਡੇ ਸਿੱਖੀ ਇਤਿਹਾਸ ਨੂੰ ਕਾਇਮ ਰੱਖਣ ਦੇ ਲਈ ਆਪਣੀ ਜਾਨਾਂ ਵਾਰ ਦਿੱਤੀਆਂ ਸੀ ਕੌਮ ਤੋਂ। ਤੇ ਇਸੇ ਚੀਜ਼ ਨੂੰ ਅੱਜ ਵੀ ਸਿੱਖਾਂ ਦੇ ਵਿੱਚ ਜ਼ਿੰਦਾ ਰੱਖਣ ਦੇ ਲਈ, ਇਸ ਸਮਾਜ ਦੇ ਵਿੱਚ ਸਿੱਖੀ ਇਤਿਹਾਸ ਨੂੰ ਜ਼ਿੰਦਾ ਰੱਖਣ ਦੇ ਲਈ ਕੁਇਜ਼ ਸਮਾਰੋਹ ਜਿਹੜਾ ਉਹ ਕਰਵਾਇਆ ਗਿਆ। ਕੈਮਰਾਮੈਨ ਗੌਤਮ ਦੇ ਨਾਲ ਮੈਂ ਗੁਰਲੀਨ ਕੌਰ।